ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਪੀਸੀਐਸ ਦਾ ਮੇਨਸ ਦਾ ਪੇਪਰ ਹੋਣ ਜਾ ਰਿਹਾ ਹੈ 1 ਅਪ੍ਰੈਲ ਤੋਂ। ਐਂਡ ਆਈ ਵੁੱਡ ਲਵ ਟੂ ਟੇਲ ਯੂ ਗਾਇਜ਼ ਕਿ ਇੱਕ ਨਾ ਬਹੁਤ ਹੀ ਅੰਡਰ ਐਸਟੀਮੇਟ ਕੀਤਾ ਜਾ ਰਿਹਾ ਵਨ ਟੌਪਿਕ, ਐਂਡ ਦੈਟ ਟੌਪਿਕ ਇਜ਼ ਯੋਰ ਦ ਕੇਸ ਸਟੱਡੀਜ਼। ਬੱਚਿਆਂ ਨੂੰ ਨਾ ਪਤਾ ਹੀ ਨਹੀਂ ਕਿ ਕੇਸ ਸਟੱਡੀਜ਼ ਕਿਵੇਂ ਆਉਂਦੀ ਹੈ। ਇਫ ਯੂ ਆਰ ਮਤਲਬ ਕਿ ਲੈਗਿੰਗ ਬਿਹਾਈਂਡ ਇਨ ਯੋਰ ਜੀਐਸ ਪੇਪਰ 3, ਇਟ ਇਜ਼ ਬਿਕੋਜ਼ ਪ੍ਰੋਬੇਬਲੀ ਹਿਸ ਰੀਜ਼ਨ ਇਜ਼ ਦਿਸ। ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਨੂੰ ਕਿਵੇਂ ਲਿਖਣਾ ਹੈ। ਦੈਟ ਇਜ਼ ਯੋਰ ਡਿਸੀਜਨ ਮੇਕਿੰਗ ਦਾ ਕੁਐਸਚਨ। So there is a video and I will suggest you कि साडे एक mock test series conduct होने जा रही है, that is 15, 16, 17, 18 ਨੂੰ ਜਿੱਥੇ GS paper 1, 2, 3, 4 basically ਅਸੀਂ ਇੱਕ full mock test series ਤੁਹਾਡਾ conduct ਕਰਾ ਰਹੇ ਹਾਂ and you can join that and I will be giving you the feedbacks for the same ਔਰ ਤੁਹਾਨੂੰ ਵੈਲੂਏਸ਼ਨ ਕਰਕੇ ਵੀ ਦੱਸਾਂਗੇ। ਅੱਜ ਅਸੀਂ ਗੱਲ ਕਰ ਰਹੇ that is your case studies ਨੂੰ ਨਾ how to handle them in your PCS। ਸੋ ਪੀਸੀਐਸ ਦੇ ਵਿੱਚ ਨਾ ਬੱਚੋ ਤੁਹਾਨੂੰ ਕੀ ਪੁੱਛਿਆ ਜਾਂਦਾ, ਤੁਹਾਨੂੰ ਕੀ ਦੱਸਿਆ ਜਾਂਦਾ ਕਿ ਜੇ ਤੁਸੀਂ ਇੱਕ ਡੀਐਮ ਹੋ ਆਪਣੇ ਏਰੀਆ ਦੇ ਐਂਡ ਉੱਥੇ ਬਹੁਤ ਜ਼ਿਆਦਾ ਡਰਿੰਕ ਮੈਨੈਂਸ ਆ ਚੁੱਕਿਆ, ਠੀਕ ਹੈ, ਡਰੱਗਸ ਬਹੁਤ ਜ਼ਿਆਦਾ ਵਿਕ ਰਹੇ ਨੇ, ਤੁਸੀਂ ਕਿਵੇਂ ਉਹਨੂੰ ਕਰੈਕਟ ਕਰ ਸਕਦੇ ਹੋ, ਕਿਵੇਂ ਤੁਸੀਂ ਜਿਹੜਾ ਡਰੱਗਸ ਨੂੰ ਹੈ ਕੰਟਰੋਲ ਕਰ ਸਕਦੇ ਹੋ ਤਾਂ ਕਿ ਉਹ ਯੂਥ ਤੱਕ ਨਾ ਪਹੁੰਚੇ। ਇੱਦਾਂ ਦੇ ਕੁਐਸਚਨ ਸਾਨੂੰ ਪੁੱਛੇ ਜਾਂਦੇ ਪੰਜਾਬ ਦੇ ਵਿੱਚ। ਉਹ ਡਰੱਗਸ ਦੇ ਉੱਤੇ ਹੋ ਸਕਦਾ ਰਾਜੇ, ਉਹ ਤੁਹਾਡਾ ਕੋਈ ਵੀ ਇੱਦਾਂ ਪਬਲਿਕ ਆਫਿਸ ਦੇ ਵਿੱਚ ਕੋਈ ਬੰਦਾ ਪ੍ਰੈਜ਼ੈਂਟ ਨਹੀਂ ਹੈ, ਜਾਂ ਫਿਰ ਬਾਰਡਰ ਸਿਕਿਉਰਿਟੀ ਇਸ਼ੂ ਹੋ ਸਕਦਾ ਪੰਜਾਬ ਦੇ ਵਿੱਚ ਬਿਕੋਜ਼ ਪੰਜਾਬ ਇਜ਼ ਅ ਇੰਟਰਨੈਸ਼ਨਲ ਬਾਰਡਰ ਸਟੇਟ ਵਿਦ ਯੋਰ ਪਾਕਿਸਤਾਨ। ਸੋ ਇੱਦਾਂ ਦੇ ਕੁਐਸਚਨ ਉਹ ਪੁੱਛਦੇ ਨੇ। ਹੁਣ ਅੱਜ ਦੇਖੋ ਅਸੀਂ ਸਮਝਦੇ ਹਾਂ ਕਿ ਹਾਊ ਟੂ ਹੈਂਡਲ ਯੋਰ ਸੱਚ ਕੁਐਸਚਨ। ਸੋ ਸਭ ਤੋਂ ਪਹਿਲਾਂ ਨਾ ਪੀਪਲ ਜਨਰਲੀ ਵਟ ਦੇ ਡੂ ਇਜ਼ ਕਿ ਦੇ ਡੂ ਨਾਟ ਰਾਈਟ ਯੋਰ ਇੰਟਰੋਡਕਸ਼ਨ। ਸੋ ਇੱਕ ਨੈਰੇਟਿਵ ਜ਼ਰੂਰ ਦਿਓ, ਦੈਟ ਇਜ਼ ਵਟ ਇਟ ਇਜ਼ ਰਿਟਨ। ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜਿਹੜਾ ਲਰਨ ਬਾਏ ਮੈਪ ਸਿਮਰਨਾਈਜ਼ ਨੂੰ ਜੁਆਇਨ ਕਰ ਸਕਦੇ ਹੋ। ਉੱਥੇ ਇਹ ਪੀਡੀਐਫ ਮੈਂ ਸ਼ੇਅਰ ਕਰ ਦਾਂਗੀ। ਐਂਡ ਦੇਖੋ ਜੀ, ਇਹਨੂੰ ਫਿਰ ਤੋਂ ਸਮਝੋ ਜੀ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਸਭ ਤੋਂ ਪਹਿਲਾਂ ਬੱਚੇ ਤੁਹਾਡਾ ਨਾ ਇੰਟਰੋਡਕਸ਼ਨ ਦੇ ਵਿੱਚ ਇੱਕ ਨਰੇਟ ਕਰੋ, ਨਰੇਟ ਕਰੋ ਤੁਹਾਡਾ ਇੱਕ ਕੀ ਵਿਜ਼ਨ ਹੈ, ਐਕਸਪਲੇਨ ਦਾ ਸਟੇਕ ਹੋਲਡਰਸ ਜਿਹੜੇ ਇਨਵੋਲਵਡ ਹੈ ਉਹਦੇ ਅੰਦਰ, ਹੈ ਨਾ, ਕਿ ਬਈ ਕਿੱਦਾਂ ਯੂਥ ਜਿਹੜਾ ਖਰਾਬ ਹੋ ਰਿਹਾ ਹੈ, ਕਿਵੇਂ ਉਹ ਸਫਰ ਆਊਟ ਕਰ ਰਿਹਾ ਐਂਡ ਸੋ ਔਨ। ਤੁਸੀਂ ਆਪ ਤੁਹਾਡੀ ਐਥੀਕਲ ਵੈਲਿਊਜ਼ ਨੂੰ ਕਰ ਸਕਦੇ ਹੋ, ਕੋਈ ਤੁਹਾਡਾ ਐਥੀਕਲ ਡਾਇਲਮਾ ਹੈ ਉਹਦੇ ਵਿੱਚ ਤੁਸੀਂ ਉਹਨੂੰ ਡਿਸਕਸ ਕਰ ਸਕਦੇ ਹੋ। ਬਟ ਇੰਟਰੋਡਕਸ਼ਨ 2 ਲਾਈਨਾਂ ਦੇ ਵਿੱਚ ਜ਼ਰੂਰ ਦਿਓ। कैच द आई विद द कोर वैल्यूज एंड ना लार्जर पिक्चर कि ओवरऑल दसो सिनेरियो। सिर्फ ये नहीं थोड़े करना अनरेस्ट हो रहा है, थोड़ा यूथ खराब हो रहा है ना, सो ऑन आप ये गल्ला कर सकते हैं। दैट इज द नरेशन ऑफ द स्टोरी जो तुसी इंट्रोडक्शन लिखना। उस तो बाद जो बच्चे ना जर्नली स्किप आउट करते हैं, लिसन टू दिस वेरी केयरफुली। बच्चे ये चीज़ को बहुत ज़्यादा लाइटली लेंगे। बच्चे सब तो पहला इंट्रोडक्शन 2-3 लाइना लिखने तो बाद देन इज योर एथिकल इशूज़। एथिकल इशूज़ की लिखना है ये पता ही नहीं लगता। बच्चे तुसी जरूर दसो कि इहदे विच की एथिकल इशूज़ ने जिहड़े इनवॉल्वड ने। हुण उहदे बारे मैं तुहानूं दस्सां, ये देखो जी। ਇਹ ਜੀ ਦੈਟ ਇਜ਼ ਯੋਰ ਐਥੀਕਲ ਇਸ਼ੂਜ਼ ਦਾ ਤੁਹਾਡਾ ਪੇਜ ਕਿ ਕੰਪੈਸ਼ਨ ਤੇ ਆਬਜੈਕਟਿਵਿਟੀ, ਫਿਰ ਈਗੋਇਜ਼ਮ ਐਂਡ ਆਲਟਰਿਜ਼ਮ, ਦੈਨ ਇਜ਼ ਯੋਰ ਇੰਡੀਵਿਜੂਅਲ ਐਂਡ ਯੋਰ professional ethics, self interest versus your public interest, legal ethical means and ends, organization benefits and organization ethics. So एथिकल डायलेमाज इनू बोलते हैं बच्चे, तो एथिकल इशूज़ इनू बोलते हैं कि राइट ऑफ वायलेशन है, कन्फ्लिक्ट ऑफ इंटरेस्ट, नेपोटिज्म है, फेवरेटिज्म है, एम्पैथी है, या पर्सनल बायसनेस है ਉਹਦੇ ਵਿੱਚ, है ना। ਇਹ ਤੁਹਾਡੇ कीवर्ड ਜਿਹੜੇ ਇਹ ਵੀ ਮੈਂ ਟੈਲੀਗ੍ਰਾਮ ਚੈਨਲ ਦੇ ਉੱਤੇ ਪਾ ਦਾਂਗੀ, ਇਹਨੂੰ ਜ਼ਰੂਰ ਲਿਖੋ। ਬੱਚੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਇਹ ਚੀਜ਼ਾਂ ਨੂੰ ਲਿਖੋ, ਕਿਉਂਕਿ ਤੁਸੀਂ ਨਾ ਇਸ ਏਜੰਡੇ ਨੂੰ ਖਾਈ ਜਾਂਦੇ ਹੋ। ਦੈਟ ਇਜ਼ ਯੋਰ ਇਸ਼ੂਜ਼ ਦੇ ਵਿੱਚ ਕੀ ਲਿਖਣਾ, ਡਾਇਲਮਾ ਦੇ ਵਿੱਚ ਕੀ ਲਿਖਣਾ, ਜਾਂ ਬਹੁਤ ਵੱਡੇ ਵੱਡੇ ਨਾ ਤੁਸੀਂ ਪੈਰਾਗ੍ਰਾਫਸ ਲਿਖਣੇ ਸ਼ੁਰੂ ਕਰ ਦਿੰਦੇ। ਨਹੀਂ ਜੀ, ਤੁਸੀਂ ਬਿਲਕੁਲ ਇੱਕ ਕੀ ਪੁਆਇੰਟ ਦੱਸਣਾ ਕਿ ਇਹ ਤੇ ਇਹ ਚੀਜ਼ਾਂ ਨੇ, ਤੁਸੀਂ ਇਹਨੂੰ ਗੋ ਥਰੂ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਦੱਸੋ ਕਿ ਤੁਹਾਡੇ ਕੋਲ ਕੀ ਆਪਸ਼ਨਸ ਨੇ। ਦੇਖੋ ਸਾਨੂੰ ਪਤਾ ਹੈ ਕਿ ਅਸੀਂ ਕੀ ਕੰਟਰੋਲ ਕਰ ਸਕਦੇ। ਜੇ ਅਸੀਂ ਡਰੱਗਸ ਨੂੰ ਕੰਟਰੋਲ ਕਰਨਾ ਚਾਹੁੰਦੇ, ਸਾਡੇ ਕੋਲ 3 ਪ੍ਰੋਵੀਜ਼ਨਸ ਨੇ, 3 ਆਪਸ਼ਨਸ ਨੇ। ਉਨ 3 ਆਪਸ਼ਨਸ ਨੂੰ ਤੁਸੀਂ ਲਿਖੋ ਔਰ ਉਸ ਤੋਂ ਬਾਅਦ ਉਨ 3 ਆਪਸ਼ਨ ਦੇ ਮੈਰਿਟਸ ਤੇ ਡੀਮੈਰਿਟਸ ਨੂੰ ਪਲੀਜ਼ ਜ਼ਰੂਰ ਲਿਖੋ। ਉਹ ਵੀ ਬਹੁਤ ਐਸੈਂਸ਼ੀਅਲ ਹੈ ਕਿ ਹਾਂਜੀ ਉਹਦੇ ਕੀ ਮੈਰਿਟਸ ਨੇ, ਉਹਦੇ ਕੀ ਡੀਮੈਰਿਟਸ ਨੇ, ਔਰ ਆਪਸ਼ਨ 2 ਦੇ ਵੀ ਤੇ 3 ਦੇ ਵੀ, ਜੋ ਵੀ ਤੁਹਾਡੇ ਆਪਸ਼ਨਸ ਨੇ। ਔਰ ਇਹ ਦੱਸੋ ਕਿ ਕਿਹੜਾ ਬੈਸਟ ਪ੍ਰੈਕਟਿਸ ਹੈ ਜਿਹੜਾ ਅਸੀਂ ਕਰ ਸਕਦੇ ਹਾਂ।
एंड वाई वी हैव अडोप्टेड फॉर दैट। ठीक है जी। उस तो बाद द लास्ट दैट इज योर कोर्स ऑफ एक्शन कि मतलब कि ਤੁਹਾਡਾ ਸਟੇजेस ਹੋਣਾ ਚਾਹੀਦਾ। ਇਹਨੂੰ ਤੁਸੀਂ ਪੁਆਇੰਟਸ ਦੇ ਵਿੱਚ ਲਿਖ ਸਕਦੇ ਹੋ, ਇੱਕ ਇੱਕ ਦੋ ਦੋ ਪੁਆਇੰਟਸ ਬਣਾ ਸਕਦੇ ਹੋ, ਲਾਈਨਾਂ ਦੇ ਪੁਆਇੰਟਸ ਬਣਾ ਸਕਦੇ ਹੋ, ਸਟੈਪਸ ਟੂ ਬੀ ਟੇਕਨ ਵੀ ਬੋਲ ਸਕਦੇ, ਐਂਡ ਐਂਡ 'ਚ ਉਹਨੂੰ ਸੋਲਿਊਸ਼ਨਸ ਦੇ ਕੇ ਫਿਰ ਗਾਈਜ਼ ਉਹਨੂੰ ਕੰਕਲੂਡ ਆਊਟ ਕਰ ਸਕਦੇ ਹੋ ਵਿਦ ਦ ਆਪਟੀਮਿਸਟਿਕ ਐਂਡ योर ਪੋਜ਼ਿਟਿਵ ਸੋਲਿਊਸ਼ਨ। ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ, ਇਹ ਮੈਂ ਤੁਹਾਨੂੰ ਟ੍ਰੈਂਡ ਦੱਸਤਾ बट हले भी ना थोनू एग्जैक्टली क्लीयर नहीं है, तो लेट्स डू वन योर केस स्टडी एज वेल। मेरे एक स्टूडेंट ने थोड़ा आंसर लिखिया सी एंड बहुत वधिया आंसर लिखिया, अज तक दा मैनू लग्या कि बेस्ट आंसर है दैट आई कैन डिस्कस विद यू गाइज। सो यस इहदे विच भी कुछ कमी है, आई एम नॉट सेइंग दैट दैट्स द बेस्ट राइट नाउ, बट तुसीं इस तो बेटर लिख सकते हो, मैं दसूंगी इहदे विच की फीडबैक सीगिया। सो ये बच्चे ने जिहड़ा क्वेश्चन लिखिया दैट इज द ऑफिस इज फ्लडेड विद द कंप्लेंट्स। ठीक है जी। मिसिंग ऑफिशियल ड्यूरिंग द पब्लिक आवर्स, डिजाइन द 100 वर्ड अकाउंटेबिलिटी फ्रेमवर्क फॉर द सबऑर्डिनेट कोर्स। देखो इतने ना 100 वर्ड्स ने, ਹੁਣ ਡਿਪੈਂਡ ਕਰਦਾ ਕਿ ਤੁਹਾਨੂੰ ਪੇਪਰ ਦੇ ਵਿੱਚ 100 ਪੁੱਛ ਰਹੇ 200 ਪੁੱਛ ਰਹੇ, ਉਸ ਦੇ ਅਕੋਰਡਿੰਗਲੀ ਤੁਸੀਂ ਕੰਮ ਕਰ ਸਕਦੇ ਹੋ। ਹੁਣ ਜਦ ਤੁਹਾਡਾ 100 ਦਾ ਵਰਡਸ ਦਾ ਹੈ ਤਾਂ ਤੁਸੀਂ ਇੰਟਰੋਡਕਸ਼ਨ ਸਕਿਪ ਵੀ ਕਰ ਸਕਦੇ ਹੋ ਔਰ ਸਿੰਪਲੀ ਤੁਸੀਂ ਕੀ ਇਸ਼ੂਜ਼ ਦੱਸੋ। ਮੇਨ ਮਿਸਿੰਗ ਆਫ योर सबऑर्डिनेट एम्प्लॉयज ड्यूरिंग द पब्लिक आवर्स and public deliverance to the public, pendency of the work and loss of the public faith in the governance। फिर उस तो बाद बहुत इंपॉर्टेंट तुसी stakeholders involve लिखो कि केड़े stakeholders जेड़े इहदे अंदर involved ने, public, employees, head of the department, applicants, everyone is there। ठीक है जी। फिर उस तो बाद की ऑप्शंस ते एक्शंस है। सब तो पहला ऑप्शन असी बहुत स्ट्रिक्ट एक्शन लवांगे, स्ट्रिक्ट डिसिप्लिनरी एक्शन विल बी टेकन अगेंस्ट एंड द सिविल सर्विसेज कोर्ट ऑफ योर कंडक्ट रूल्स लगावांगे, है ना। तुसी हियर भी लिख सकते हो इहदे अगे। लीडरशिप एंड मोटिवेशन, तुसी कंडक्ट करोगे एक मीटिंग और मोटिवेट करोगे सबऑर्डिनेट कोर्ट्स को, ते तुहाडा प्रे करोगे प्रोएक्टिव रोल लई कि हाँ जी सानू टाइम ते आना चाहिए, सानू पब्लिक आवर्स दे विच पूरी एफिशिएंसी नाल काम करना चाहिए, या तुसी ये कर सकते हो या फिर तुसी कर सकते हो दैट इज योर यूज ऑफ टेक्नोलॉजी, स्टार्ट द बायोमेट्रिक ऑनलाइन एंड अबेंडेंस फॉर द that is your absent for your attendance for the employees such as your M Seva app। ਤੇ ਇਦਾਂ ਦੇ 3 ਆਪਸ਼ਨ ਆ ਗਏ। ਇਹਦੇ ਬਾਰੇ ਨਾ ਤੁਸੀਂ ਮੈਰਿਟ ਤੇ ਡੀਮੈਰਿਟ ਦੋਨੋਂ ਲਿਖ ਸਕਦੇ ਹੋ। ਫਿਰ ਉਸ ਤੋਂ ਬਾਅਦ ਲਿਖੋ ਕਿ ਬੈਸਟ ਪ੍ਰੈਕਟਿਸ ਕੀ ਹੈ, दैट इज यूज ऑफ टेक्नोलॉजी ऑफ योर बायोमेट्रिक्स, ऑफ कोर्स चेक इन चेक आउट द टाइम नोट होए और ਤੁਸੀਂ ਅਕਾਊਂਟੇਬਲ ਬਣੋ, देयर इज नथिंग लाइक यू दिस, है ना। ਫਿਰ ਉਸ ਤੋਂ ਬਾਅਦ ਰੀਜ਼ਨ ਕੀ ਹੈ, ਸਟ੍ਰਿਕਟ ਰੂਲਸ ਨੂੰ और ਟੈਕਨੋਲੋਜੀ ਨੂੰ ਲੈ ਕੇ ਉਹਦੇ ਬਾਰੇ ਦੱਸਿਆ। ਫਿਰ ਉਸ ਤੋਂ ਬਾਅਦ दैट इज योर स्टेप्स टू इंप्लीमेंट, ਕਿਵੇਂ ਅਸੀਂ ਉਹਨੂੰ ਸਟੈਪ ਵਾਈਜ਼ ਉਹਨੂੰ ਇੰਪਲੀਮੈਂਟ ਕਰ ਸਕਦੇ ਹਾਂ। ਐਂਡ ਲਾਸਟ इज योर दिस लाइन। सपोज करो कि ਇਹ ਤੁਹਾਡਾ 200 ਦੇ ਵਿੱਚ ਆ ਜਾਂਦਾ ਤੇ ਤੁਸੀਂ ਥੋੜਾ ਜਿਹਾ ਇੰਟਰੋਡਕਸ਼ਨ ਵਧਾ ਸਕਦੇ ਹੋ, ਥੋੜੇ ਜਿਹਾ ਮੈਰਿਟ ਔਰ ਡੀਮੈਰਿਟ ਤੁਸੀਂ ਚਾਰਟ ਫਾਰਮੈਟ ਦੇ ਵਿੱਚ ਲਿਖ ਸਕਦੇ ਹੋ, ਥੋੜਾ ਕੋਰਸ ਆਫ ਐਕਸ਼ਨ ਤੁਸੀਂ ਥੋੜਾ ਵੱਡਾ ਲਿਖ ਸਕਦੇ ਹੋ, ਹੈ ਨਾ। ਸੋ ਡਿਪੈਂਡਿੰਗ ਅਪਨ योर टाइम एंड योर वर्ड्स ਜਿਹੜੇ ਉਹਨਾਂ ਨੇ ਅਲਾਓ ਕਿੱਥੇ ਉੱਥੇ ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਆਨਸਰ ਲਿਖ ਸਕਦੇ ਹੋ। सो दिस इज ऑल फॉर योर डिसीजन मेकिंग गाइज। आई होप दिस इज क्लीयर टू यू कि किमें लिखते हैं एंड दिस इज अ वेरी वेरी इंपॉर्टेंट टॉपिक जो मतलब कि अजकल बच्चे जो बहुत ज़्यादा ना छड़ रहे हैं। दीज आर योर लो हैंगिंग फ्रूट गाइज। तो आई वुड रिक्वेस्ट जे तुसी इस बारी PCS मेन्स लिख रहे हो तो साडे टेस्ट सीरीज जरूर ज्वाइन करो। इट इज़ गोइंग फैंटास्टिक, पीपल आर एप्रीशिएटिंग इट सो मच एंड आई होप तुहानू भी पसंद आए। एंड आई विल सी यू इन टू द क्लास GS पेपर 1 2 3 4 ਦੇ ਵਿੱਚ ਅਸੀਂ ਕੰਡਕਟ ਕਰਨ ਜਾ ਰਹੇ ਹਾਂ ਮਾਰਚ ਦੇ ਵਿੱਚ 15 16 17 और 18 मार्च ਨੂੰ ਹੋਏਗਾ और उस तो बाद भी ਅਸੀਂ 4 पेपर ਲਵਾਂਗੇ। in case if you have missed that you can again enroll yourself for the new your GS पेपर 1 2 3 4 ਜਿਹਨੂੰ ਤੁਸੀਂ ਆਫਲਾਈਨ ਚੰਡੀਗੜ੍ਹ ਆ ਕੇ ਵੀ ਲਿਖ ਸਕਦੇ ਹੋ ਤੇ ਪਲੱਸ ਤੁਸੀਂ ਆਨਲਾਈਨ ਜ਼ੂਮ ਦੇ ਉੱਤੇ ਵੀ ਲਿਖ ਸਕਦੇ ਹੋ ਜਸਟ ਫॉर योर 2000 रुपीज़ एंड इट इज़ वर्थ योर इन्वेस्टमेंट। आई विल सी यू गाइज, ऑल द बेस्ट। ਸਾਰੇ ਬਹੁਤ ਵਧੀਆ ਤਰੀਕੇ ਨਾਲ ਪੇਪਰ ਦਿਓ। ਤੁਹਾਨੂੰ ਕੋਈ ਵੀ ਇਦਾਂ ਦੀ ਚੀਜ਼ ਲੱਗਦੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ आई शुड मेक योर मोर वीडियोज़ सच मोर कंटेंट या किसी भी टॉपिक ਦੇ ਉੱਤੇ, लेट मी नो, आई विल लव टू शेयर दैट। थैंक यू सो मच, गॉड ब्लेस यू जी।